ਅੱਜ ਫਿਰੋਜ਼ਪੁਰ ਦੇ ਵਿੱਚ BSNL ਦੇ ਕੰਮ ਕਰਦੇ ਠੇਕਾ ਕਰਮਚਾਰੀ ਆਪਣੀਆਂ ਮੰਗਾਂ ਮਨਵਾਉਣ ਦੇ ਲਈ BSNL ਦੇ ਟਾਵਰ ਤੇ ਚੜ੍ਹ ਗਏ, ਜਿਸ ਉਪਰੰਤ ਪੁਲਿਸ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਜਦ ਉਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੰਗਾਂ ਮੰਨੇ ਜਾਣ ਦੀ ਸ਼ਰਤ ਹੇਠਾਂ ਉਤਰਨ ਦੀ ਚੇਤਾਵਨੀ ਦਿੱਤੀ। ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ ਫਾਜ਼ਿਲਕਾ, ਸੋਨਾ ਸਿੰਘ ਜਲਾਲਾਬਾਦ, ਗੁਰਦੀਪ ਸਿੰਘ ਟਾਵਰ ਤੇ ਚੜ੍ਹ ਕੇ ਆਪਣੇ ਤੌਰ ਤੇ ਰੋਸ ਪ੍ਰਦਰਸ਼ਨ ਕਰਦੇ ਰਹੇ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਮੁੱਚੇ BSNL ਫਿਰੋਜ਼ਪੁਰ ਦੇ ਕੈਜੂਅਲ ਕੰਟਰੈਕਟ ਵਰਕਰ ਯੂਨੀਅਨ ਦੇ ਸਾਂਝਾ ਮੋਰਚਾ ਨਾਲ ਮਿਲ ਕੇ GM ਦੇ ਖਿਲਾਫ ਇੱਕ ਦਿਨ ਭਰਵੀਂ ਰੈਲੀ ਕੀਤੀ ਗਈ ਸੀ। ਇਸ ਮੌਕੇ ਸੈਕਟਰੀ ਜਸਵੀਰ ਸਿੰਘ, ਅਸ਼ਵਨੀ ਕੁਮਾਰ, ਗਗਨਦੀਪ ਕੁਮਾਰ, ਸੁਰਜੀਤ ਸਿੰਘ ਨੇ ਉਹ ਪਿਛਲੇ 19-20 ਸਾਲਾਂ ਤੋਂ ਕੰਮ ਕਰਨ ਬਾਰੇ ਦੱਸਿਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਮਾਤਰ ਤਨਖਾਹ ਆਪਣਾ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਪਿਛਲੇ 18 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਨੌਕਰੀ ਤੋਂ ਵੀ ਕੱਢਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਰੱਖੜੀ, ਲੋਹੜੀ, ਦੀਵਾਲੀ ਆਦਿ ਤੇ ਹਜ਼ਾਰ ਰੁਪਏ ਤਨਖਾਹਾਂ ਦੇਣ ਕਰਕੇ ਸਰਕਾਰ ਉਹਨਾਂ ਨੂੰ ਹਰ ਮਹੀਨੇ ਤਨਖਾਹ ਦੇਵੇ ਅਤੇ ਵਿਭਾਗ 'ਚੋਂ ਨੌਕਰੀ ਤੋਂ ਕੱਢੇ ਹੋਏ ਕਰਮਚਾਰੀ ਸਾਥੀਆਂ ਨੂੰ ਬਹਾਲ ਕੀਤਾ ਜਾਵੇ। ਫਿਰੋਜ਼ਪੁਰ ਤੋਂ ਅਸ਼ੋਕ ਭਾਰਦਵਾਜ ਦੀ ਰਿਪੋਰਟ। ਤਨਖਾਹ ਦਾ ਕੀ ਰੌਲਾ ਸੀਗਾ? ਤਨਖਾਹ ਦੇ ਮਸਲੇ ਕਰਕੇ ਅੱਜ ਉਹ ਟਾਵਰ ਤੇ ਆਏ, ਉਹਨਾਂ ਨੇ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਟੈਲੀਕਾਮ ਵਿਭਾਗ ਦੇ GM ਨੂੰ ਉਹਨਾਂ ਨੂੰ ਨਾਲ ਲੈ ਕੇ ਮਿਲਿਆ ਗਿਆ ਔਰ GM ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਹੈਗੀਆਂ ਅਸੀਂ ਬਹੁਤ ਜਲਦੀ ਰਿਲੀਜ਼ ਕਰਾ ਦਿਆਂਗੇ। ਤਾਂ ਨਹੀਂ, ਇਸ ਤਰ੍ਹਾਂ ਦੀ ਹਜੇ ਕੋਈ ਮਸਲਾ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕੰਪਰੋਮਾਈਜ਼ ਕਰਵਾ ਦਿੱਤਾ ਗਿਆ। ਉਹਨਾਂ ਨੇ GM ਸਾਹਿਬ ਨੇ ਲਿਖ ਕੇ ਦਿੱਤਾ ਲਿਖਤੀ ਤੌਰ ਤੇ ਦਿੱਤਾ ਉਹਨਾਂ ਨੂੰ। ਲਿਖਤੀ ਉਹਨਾਂ ਨੇ ਮੰਗ ਕੀਤੀ ਸੀਗੀ ਕਿ ਅਸੀਂ ਇਸ ਤਰ੍ਹਾਂ ਨਹੀਂ ਆਪਾਂ ਜਾਣਾਂਗਾ, ਵੀ ਸਾਨੂੰ ਲਿਖ ਕੇ ਦਿੱਤਾ ਜਾਵੇ। ਟਾਵਰ ਤੋਂ ਉਤਾਰ ਦਿੱਤੇ ਗਏ ਨੇ। ਹਾਂ, ਉਹਨਾਂ ਨੇ ਵਿਸ਼ਵਾਸ ਦਿੱਤਾ ਹੈਗਾ ਜਥੇਬੰਦੀ ਨੇ ਕਿ ਅਸੀਂ ਟਾਵਰ ਤੋਂ ਉਤਰ ਕੇ ਆਪਣਾ ਜਿਹੜਾ ਹੈਗਾ ਕੰਮ ਜਿਵੇਂ ਪਹਿਲਾਂ ਕਰਦੇ ਸੀ ਉਵੇਂ ਕਰਾਂਗੇ। ਥੈਂਕ ਯੂ। ਨਾਮ ਕੀ ਹੈ? ਧਰਮਪਾਲ ਜੀ। ਕੀ ਹੈ ਤੁਹਾਡਾ ਅੱਜ ਦਾ ਜਿਹੜਾ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਟਾਵਰ ਤੇ, ਜਿਹੜੇ ਤੁਹਾਡੇ ਬੰਦੇ ਖੜੇ ਹੋਏ ਆ, ਕੀ ਸਰ, ਮੋਟੋ ਕੀ ਹੈਗਾ? ਸਰ ਸਾਨੂੰ ਤਕਰੀਬਨ 2018 ਤੋਂ 10ਵੇਂ ਮਹੀਨੇ ਤੋਂ ਲੈ ਕੇ ਪੇਮੈਂਟ ਅੱਜ ਤੱਕ ਨਹੀਂ ਮਿਲੀ। ਉਹਦੇ ਸੰਬੰਧ 'ਚ ਅਸੀਂ ਕੋਲ 10 ਵਾਰ GM ਸਾਹਿਬ ਨੂੰ ਮਿਲ ਚੁੱਕੇ ਹਾਂ। ਇਹਨਾਂ ਸਾਨੂੰ ਲਾਰਾ ਲਾ ਕੇ ਤੋਰਿਆ ਹੈ ਅਤੇ ਇਸ ਲਈ ਜਿਹੜਾ ਸਾਨੂੰ ਮਤਲਬ ਮਰਦੇ ਹੋਏ ਜਿਹੜੇ ਕਦਮ ਚੱਕਣਾ ਪਿਆ ਜਿਹੜੇ ਸਾਡੇ ਜੇ ਹੁਣ ਟਾਵਰ ਜੋ ਵੀ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ, ਜੇ ਕਰਨ ਤੋਂ ਬਾਅਦ ਵੀ ਸਰਕਾਰ ਤੁਹਾਡੀਆਂ ਕੋਈ ਵੀ ਮੰਗਾਂ ਨਹੀਂ ਮੰਨਦੀ ਤਾਂ ਤੁਹਾਡਾ ਨੈਕਸਟ ਦਾ ਕੀ ਪ੍ਰੋਸੈਸ ਹੈ? ਨੈਕਸਟ ਸਰ ਅਸੀਂ ਆਪ ਆਤਮ ਹੱਤਿਆ ਕਰਾਂਗੇ ਬੱਚਿਆਂ ਨੂੰ ਲੈ ਕੇ। ਹੋਰ ਸਾਡੇ ਕੋਲ ਹੱਲ ਨਹੀਂ ਰਿਹਾ। ਜਦੋਂ ਸਾਡੇ ਪੈਸਾ ਨਹੀਂ ਅਸੀਂ ਰੁਜ਼ਗਾਰਾਂ ਚਲਾ ਬੱਚੇ ਨੇ ਭੁੱਖਾ ਮਰਨ ਜਾਂ ਸਾਨੂੰ ਕੋਈ ਚੀਜ਼ ਲੈ ਕੇ ਖਾ ਕੇ ਮਰਿਆ ਮਜ਼ਦੂਰ ਹੈ। ਨਾਮ ਕੀ ਹੈ ਜੀ ਤੁਹਾਡਾ? ਸਰ ਮੈਂ ਬੂਟਾ ਸਿੰਘ। ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ ਉਹਦਾ ਕੀ ਮੁੱਖ ਮੋਟੋ ਕੀ ਹੈਗਾ? ਸਰ ਮੁੱਖ ਇਹ ਹੈ ਜੀ, ਸਾਨੂੰ 15 ਮਹੀਨਿਆਂ ਤੋਂ ਇੱਕ ਤਾਂ ਪੇਮੈਂਟਾਂ ਨਹੀਂ ਮਿਲੀਆਂ ਸਰ। ਹਾਂਜੀ, ਤਨਖਾਹਾਂ ਨਹੀਂ ਮਿਲ ਰਹੀਆਂ। ਜੇਕਰ ਅਸੀਂ ਆਣੇ ਆ ਤਾਂ ਸਾਨੂੰ ਸਿਰਫ ਵਿਸ਼ਵਾਸਨ ਹੀ ਦਿੱਤਾ ਜਾਂਦਾ ਹੈ ਵੀ ਤੁਹਾਨੂੰ ਜਿਹੜੀ ਪੇਮੈਂਟ ਆ ਜਾਊਗੀ। ਕਿੰਨੀ ਦੇਰ ਤੋਂ ਵਿਸ਼ਵਾਸ ਹੈ? ਸਰ ਸਾਨੂੰ ਤਾਂ ਅਸੀਂ ਤਾਂ 15 ਮਹੀਨਿਆਂ ਤੋਂ ਜੀ, ਪਹਿਲਾਂ ਸਾਡੀ 2 ਮਹੀਨਿਆਂ ਦੀ ਹੋ ਗਈ, ਕਹਿੰਦੇ ਜੀ ਕੋਈ ਗੱਲ ਨਹੀਂ ਅਗਲੇ ਮਹੀਨੇ ਆ ਜਾਊਗੀ, ਫਿਰ 3 ਦੀ ਹੋ ਗਈ, ਫਿਰ 4 ਦੀ ਹੋ ਗਈ। ਹੌਲੀ ਜਿਹੜੀ ਜੀ ਸਾਡੀ 15 ਮਹੀਨਿਆਂ ਦੀਆਂ ਜਿਹੜੀਆਂ ਪੇਮੈਂਟਾਂ ਰੁਕੀਆਂ ਹੋਈਆਂ ਨੇ ਸਰ। ਹੁਣ ਤੁਹਾਡੀਆਂ ਜਿਹੜੀਆਂ ਮੁੱਖ ਜਿਹੜੀਆਂ ਕੀ ਹੈ ਮੰਗਾਂ, ਇਹੀ ਇਸ਼ੂ ਹੈ ਤੁਹਾਡਾ? ਇਹ ਸਾਡਾ ਇਸ਼ੂ ਹੈ ਜੀ। ਜਿਹੜਾ ਬੰਦਾ ਆਗੂ ਹੋ ਕੇ ਬੋਲਦਾ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ, ਉਹ ਠੇਕੇਦਾਰ ਨੂੰ ਕਿਹਾ ਜਾਂਦਾ ਵੀ ਇਹਨੂੰ ਬਾਹਰ ਕੱਢਿਆ ਜਾਏ। ਜੇਕਰ ਅਸੀਂ ਠੇਕੇਦਾਰ ਨਾਲ ਗੱਲ ਕਰਨੇ ਆ, ਉਹ ਕਹਿੰਦਾ ਜੀ ਮੇਰੇ ਕੋਈ ਬਿੱਲ ਨਹੀਂ ਪਾਸ ਹੋਏ ਜਾਂ ਮੈਨੂੰ ਕੋਈ ਪੇਮੈਂਟ ਨਹੀਂ ਮਿਲ ਰਹੀ। ਮੇਰਾ ਤਾਂ ਇੱਕ ਕੋਰਟ ਦਾ ਇਸ਼ੂ ਹੈ ਵੀ ਮੈਂ ਕੋਰਟ ਦੇ ਜਿਹੜੇ ਆਰਡਰ ਵਿਖਾ ਦਿੰਦਾ ਜੀ, ਉਹ ਪੇਮੈਂਟ ਸਾਨੂੰ ਤਾਂ ਕੋਈ ਦੇਣ ਦਾ ਨਹੀਂ। ਉਹ ਉਧਰ ਜਾਈਏ ਤੇ ਉਹ ਨਹੀਂ ਗੱਲ ਸੁਣਦਾ, ਜੇ ਇੱਧਰ ਆਈਏ ਤੇ ਇਹ ਨਹੀਂ ਬਾਂਹ ਫੜਦੇ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹ ਵੀ ਸਾਡੀਆਂ ਜਿਹੜੀਆਂ ਪੇਮੈਂਟਾਂ ਨੇ ਦਿੱਤੀਆਂ ਜਾਣ। ਜੇਕਰ ਇਹਨਾਂ ਕੋਲ ਘੱਟ ਫੰਡ ਨੇ, ਸਾਡੇ 2 ਕਿਸ਼ਤਾਂ 'ਚ 3 ਕਿਸ਼ਤਾਂ 'ਚ ਜਿਹੜੇ ਪੇਮੈਂਟ ਦਿੱਤੀ ਜੀ, ਕਿਉਂਕਿ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਹੁਣ ਬਿਜਲੀ ਦੇ ਮੀਟਰ ਵੀ ਕੱਟੇ ਗਏ ਨੇ, ਕਈਆਂ ਦੇ ਬੱਚੇ ਬਿਮਾਰ ਪਏ ਨੇ ਇਲਾਜ ਖੁਣੋਂ, ਜਿਹੜਾ ਕਿ ਸਰਕਾਰਾਂ ਕੀ ਸੁਣ ਰਹੀਆਂ ਨੇ? ਸਾਡੀ ਕੋਈ ਸਰਕਾਰ ਨਹੀਂ ਸੁਣ ਰਹੀ। ਕੋਈ ਇਹ ਜਿਹੜਾ ਮਹਿਕਮਾ ਹੈ, ਇਹ ਕੋਈ ਗੋਲੀਆਂ ਟੋਫੀਆਂ ਦੀ ਦੁਕਾਨ ਤਾਂ ਹੈ ਨਹੀਂ, ਐਡੀ ਵੱਡੀ ਕੰਪਨੀ ਹੈ ਜੀ BSNL। ਤਾਂ ਸਰ ਜੇਕਰ ਸਾਨੂੰ ਇਹ ਸਾਡੀਆਂ ਕੋਈ ਮੰਗਾਂ ਪੂਰੀਆਂ ਕੀਤੀਆਂ ਗਈਆਂ ਸਮੇਤ ਜਿਹੜਾ ਪਰਿਵਾਰ ਆਤਮ ਹੱਤਿਆ ਕਰਾਂਗੇ, ਜਿਸ ਦੀ ਜ਼ਿੰਮੇਵਾਰੀ CMD दूर संचार मंत्री ते सारे प्रशासन दी होगी। जो आज का रोज प्रदर्शन है टावर पर जो आदमी चढ़े हैं, उसका क्या मोटो क्या है? ये एक्चुअली कॉन्ट्रैक्ट वर्कर्स हैं, इनका कुछ पेमेंट इशू है, पेमेंट पेंडिंग है। इनका ये कहना है कि हमें पेमेंट नहीं मिला हुआ पिछले 12-13 महीने से। इन लोगों को पेमेंट मिल रहा है, कुछ पैसा कमाने की वजह से, कुछ पैसा कमाने की वजह से क्या है कि इनको कम मिला है पेमेंट। अब हर महीने, पिछले महीने भी हमने कुछ दिया, 15-20 लाख रुपए दिया है, उसमें से भी इनका कुछ पेमेंट उसके पहले भी दिए हैं, बट पैसा जितना आना चाहिए उतना नहीं आ रहा। तो उनका कहना है कि पूरे साल में एक ही बार पैसा मिलता है। नहीं, एक बार नहीं, हर महीने में आता है वो, एक महीने पैसा, लेकिन हर महीने पैसा आता है। हर महीने में 2 बार भी मांगते हैं यहाँ से, इस ऑफिस से हमारी डिमांड जाती है, तो वहाँ से जितना
पैसा फंड होता है अवेलेबल। BSNL का थोड़ा वैसी क्राइसिस में चल रहा है, तो फंड जितना होता है फंड हमारे पास आता है, हम उनको पैसा इमीडिएटली देते थे कॉन्ट्रैक्टर को। लेकिन इनका जो है एरिया ड्यू, क्योंकि कई महीनों का नहीं मिला, बस यही इनकी समस्या। तो वो कब तक रिलीज़ होगा जी? होपफुली तो इस महीने में कुछ आना चाहिए, अगले 2-3 महीने में इनका मोस्ट ऑफ द मतलब जितना भी पड़ा हुआ पेंडेंस है वो ख़त्म होना चाहिए। सर अब आपने इनसे बात की है? बात की हम लोग बैठे थे, ये इंस्पेक्टर भी साथ में थे, यहाँ पर पुलिस इंस्पेक्टर SHO भी थे, तो और ये लोग इनके कुछ लीडर्स थे वो भी आए थे हमारे पास, तो उनको मैंने यही सब बताया है कि तुम्हारा सर क्या बोलते हैं कि कब तक टावर से उतरेंगे क्या? एक टावर पे तो हमें नहीं पता था कि चढ़ेंगे, बाद में अभी कहीं पीछे से गए होंगे। पहले तो ये सब कह रहे थे कि ठीक है, हम जो है हमारा अगर पैसा अगर 1 महीने में मिल जाएगा या 1-2 महीने में मिल जाएगा। तो टावर पे जो चढ़े आदमी, आपको नॉलेज नहीं है उनके बारे में? नहीं, यहाँ से अभी जब हम बात कर रहे थे SHO साहब भी यहाँ बैठे हुए थे, तो उस टाइम वो लोग कन्विंस हो रहे थे, वो कह रहे थे कि ठीक है अब हम जो है हमारा पैसा मिल जाएगा तो हम वापस जा रहे हैं। लेकिन बाद में उनमें से कोई अपनी मॉब है, मॉब में तो किसी का कोई कुछ सोचता है तो उधर वो साइड चलेगा। सर अब ये मसला कैसे हल होगा? मसला तो हमने उनको समझा दिया, बता दिया कि ऐसे ही कि पैसा हम मांगने के लिए लिख रहे हैं, और आज हमने सीजन साहब को अपने कुछ फोटो भी भेजे हैं, उनसे बात करेंगे, तो पैसा होगा तो आएगा, हम उनको देंगे तुरंत। सर ऐसे तो ये नीचे उतरने वाले नहीं लग रहे, जो इनका कहने का बात बोल रहे हैं कि हम ऐसे नहीं आएंगे। 2-3 आदमी और चढ़ेंगे। 2-3 आदमी और चढ़ेंगे। नहीं, ये आज से नहीं, ये तो इनका सालों से पहले से पेमेंट, जब 12-13 महीने का पेमेंट पड़ा हुआ है ये कर रहे हैं, तो आज इतने एग्रेसिव क्यों हो रहे हैं ये तो हमें समझ नहीं आ रहा। उनको समझाया हुआ अपने तरीके से। सर ये बोल रहे हैं कि पहले भी बहुत बार संघर्ष कर चुके हैं हम नीचे, पर हमारी कोई भी सुनवाई नहीं। ये तो ऐसा था, तो इन लोगों को जब पैसा नहीं दिया जा रहा था ठेकेदार से उसी टाइम कहते कि हमें पैसा नहीं मिल रहा तो हम काम नहीं करेंगे। लेकिन इनका अपना ऐसी हमें समस्या बार बार नहीं आई, कभी कोई आया बताने तो हम पैसा जैसे आता है देते रहते हैं इनको। सर आपके पास कोई ऐसा नहीं है जो ठेकेदार का लाइसेंस पे रद्द किया जाए, जो पैसा नहीं दे रहा या कुछ ऐसा ठेकेदार पे? मुताबिक होता ही रहता है, टेंडर की टर्म कंडीशन को तो हम फॉलो करते ही हैं। ओके। उसमें अगर कोई ठेकेदार जो है हम पैसा देते हैं, अगर उसने नहीं दिया होता आगे वैसे पैसा ही नहीं देते हैं। जो पैसा इनको दे देता है हम उतना ही पैसा उसको रिलीज करते हैं। हमारे टेंडर में इस टाइप की टर्म्स कंडीशन होती हैं कि जो पैसा हम उसे दे रहे हैं, जिसकी सैलरी दे रहे हैं, उस सैलरी को पहले ही वो दे दिया होता है वर्कर्स को, तब हम उसको पैसा देते हैं। इसलिए उसने जो पैसा हमने दिया वो तो नहीं रोका होगा ठेकेदार ने, लेकिन ठेकेदार को ही हम पूरा नहीं दे पाए पैसा। नाम क्या है सर आपका? PN दुहारे, प्रताप नारायण दुहारे। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।